This is the Central Valley's #1 Punjabi weekend radio station, AM 900, KBIF, Fresno. KBIF 900 AM ਦੇ ਨਾਲ ਜੁੜ ਬੈਠੇ ਦੇਸ਼ ਵਿਦੇਸ਼ ਤੋਂ ਮੇਰੇ ਸਾਰੇ ਸਤਿਕਾਰਯੋਗ ਸਰੋਤਿਓ, ਮਹਿੰਦਰ ਸਿੰਘ ਸੰਧਾਵਾਲੀਆ ਤੁਹਾਡੇ ਨਾਲ ਹੈ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਤੇ ਆਦਾਬ ਪੇਸ਼ ਹੈ ਜੀ। ਸੋ ਅੱਜ ਆਪਾਂ ਪਿਛਲੇ ਹਫਤੇ ਈਸਟ ਇੰਡੀਆ ਕੰਪਨੀ ਜਾਂ ਇਹ ਕਹਿ ਲਈਏ ਕਿ ਅੰਗਰੇਜ਼ੀ ਰਾਜ ਦੀ ਅਤੇ ਲਾਹੌਰ ਦਰਬਾਰ ਜਾਂ ਸਿੱਖ ਰਾਜ ਦੇ ਵਿੱਚ ਇੱਕ ਸੰਧੀ ਹੋਈ ਸੀ, ਜਿਸ ਵਿੱਚ 16 ਸ਼ਰਤਾਂ ਉਹਨਾਂ ਨੇ ਰੱਖੀਆਂ ਸਨ। ਪਰ ਉਹਨਾਂ ਸ਼ਰਤਾਂ ਨੂੰ ਹੋਰ ਵਿਸਥਾਰ ਦੇਣ ਵਾਸਤੇ 2 ਦਿਨ ਬਾਅਦ ਇੱਕ ਹੋਰ ਸੰਧੀ ਜਿਹੜੀ ਹੈ ਉਹ ਕੀਤੀ, ਜਿਹਦੀਆਂ 8 ਸ਼ਰਤਾਂ ਨੇ। ਉਹਨਾਂ ਸ਼ਰਤਾਂ ਦੇ ਨਾਲ ਹੀ ਥੋੜ੍ਹਾ ਜਿਹਾ ਵਿਸਥਾਰ ਹੈ ਉਹਨਾਂ ਦਾ। ਇੱਕ ਤਾਂ ਉਹ ਤੁਹਾਡੇ ਨਾਲ ਮੈਂ ਅੱਜ ਸਾਂਝੀਆਂ ਕਰਨੀਆਂ ਨੇ, ਅਤੇ ਦੂਸਰਾ ਆਪਾਂ ਇਹ ਪੁਆਇੰਟ ਵੀ ਲੈਣਾ ਹੈ ਕਿ ਉਸ ਵਕਤ ਜਦੋਂ ਇਹ ਸੰਧੀਆਂ ਕਰ ਰਹੇ ਸੀ ਅੰਗਰੇਜ਼ਾਂ ਨੇ ਪੰਜਾਬ ਨੂੰ ਉਦੋਂ ਹੀ ਪੂਰੇ ਦਾ ਪੂਰਾ ਆਪਣੇ ਕਬਜ਼ੇ ਵਿੱਚ ਕਿਉਂ ਨਾ ਲਿਆ, ਉਹ ਵੀ ਆਪਾਂ ਵੇਖਾਂਗੇ ਵੀ ਕੀ ਕਾਰਨ ਸਨ। ਆਓ ਹੁਣ ਆਪਾਂ ਚੱਲਦੇ ਹਾਂ ਕਿ ਉਹ 8 ਸ਼ਰਤਾਂ ਜਿਹੜੀਆਂ ਐਕਸਟਰਾ ਇਹਨਾਂ ਨਾਲ ਰਹੀਆਂ ਉਹਦਾ ਵਿਸਥਾਰ। 9 ਮਾਰਚ 1846 ਨੂੰ ਈਸਟ ਇੰਡੀਆ ਕੰਪਨੀ ਜਾਂ ਅੰਗਰੇਜ਼ੀ ਰਾਜ ਕਹਿ ਲਈਏ, ਉਹਨਾਂ ਨੇ ਲਾਹੌਰ ਦਰਬਾਰ ਵਿੱਚ 16 ਸ਼ਰਤਾਂ ਵਾਲਾ ਇੱਕ ਅਹਿਦਨਾਮਾ ਜਿਹੜਾ ਉਹ ਦੋਵਾਂ ਪਾਸਿਆਂ ਤੋਂ ਪ੍ਰਵਾਨ ਹੋ ਗਿਆ ਸੀ। ਉਹਨਾਂ 'ਤੇ ਮੋਹਰਾਂ ਲੱਗ ਗਈਆਂ ਸਨ ਅਤੇ ਉਹ ਕੰਪਲੀਟ ਹੋ ਗਿਆ ਸੀ। ਉਹ 9 ਮਾਰਚ 1846 ਨੂੰ ਹੋਇਆ ਸੀ। ਸੋ ਇਸ ਨੂੰ ਹਰਚੰਦ ਸਿੰਘ ਆਪਣੀ ਕਾਵਿ ਸੰਗ੍ਰਹਿ ਵਿੱਚ ਇਸ ਤਰ੍ਹਾਂ ਲਿਖਦਾ, ਸੁਲ੍ਹਾਨਾਮਾ ਅੰਗਰੇਜ਼ ਨੇ ਲਿਖਿਆ, ਇਹ 16 ਸ਼ਰਤਾਂ ਉਸ ਵਿੱਚ ਪਾਈਆਂ ਨੇ। 16 ਬੇੜੀਆਂ ਬਾਲ ਦਲੀਪ ਸਿੰਘ ਦੇ ਨਿੱਕੇ ਪੈਰਾਂ ਦੇ ਵਿੱਚ ਅੜਾਈਆਂ ਨੇ। ਉਹੀ ਮੱਦਾਂ ਉਸ ਵਿੱਚ ਲਿਖ ਲਈਆਂ ਜੋ ਲਾਟ ਦੇ ਮਨ ਵਿੱਚ ਪਾਈਆਂ ਨੇ, ਅਤੇ ਹਰਚੰਦ ਸਿੰਘਾਂ ਨਾ ਕਿਸੇ ਇਤਰਾਜ਼ ਕੀਤਾ ਅਤੇ ਅਮੀਰਾਂ ਵਜ਼ੀਰਾਂ ਨੇ ਧੌਣਾ ਨਵਾਈਆਂ ਨੇ। ਰਾਣੀ ਜਿੰਦਾ ਦਲੀਪ ਦੀ ਸਰਪ੍ਰਸਤ ਹੈ ਸੀ ਅਤੇ ਅਸਲ ਮਾਲਕ ਉਹ ਦੇਸ਼ ਪੰਜਾਬ ਦੀ ਸੀ। ਸੁਲ੍ਹਾਨਾਮਾ ਉਸ ਦੇ ਨਾਲ ਹੁੰਦਾ, ਗੱਲ ਇਹੀ ਸਹੀ ਹਿਸਾਬ ਦੀ ਸੀ। ਲੁੱਟ ਦੇਸ਼ ਦੀ ਜਿੰਦਾ ਨੇ ਰੋਕਣੀ ਸੀ, ਪਰ ਅੰਗਰੇਜ਼ ਲਈ ਉਹ ਹੱਡੀ ਕਬਾਬ ਦੀ ਸੀ। ਹਰਚੰਦ ਸਿੰਘਾ ਅੰਗਰੇਜ਼ ਦੀ ਬਦਨੀਤੀ ਅਤੇ ਗੱਲ ਕਰਨੀ ਉਹਨਾਂ ਆਪਣੇ ਲਾਭ ਦੀ ਸੀ। ਸੋ ਸੁਲ੍ਹਾਨਾਮਾ ਲਿਖ ਸੁਣਾ ਦਿੱਤਾ ਅਤੇ ਸਹੀ ਸਭ ਤੋਂ ਲਈ ਪਵਾ ਵੇਖੋ। ਦਲੀਪ ਸਿੰਘ ਤੋਂ ਸ਼ੇਰੇ ਪੰਜਾਬ ਵਾਲੀ ਮੋਹਰ ਉਸ ਦੇ ਲਈ ਲਵਾ ਵੇਖੋ। ਰਾਜ ਦਿੱਤਾ ਅਤੇ ਨਾ ਹੀ ਛੱਡਿਆ ਏ, ਕੈਸਾ ਗੋਰਿਆਂ ਮਾਰਿਆ ਦਾ ਦੇਖੋ। ਅਤੇ ਹਰਚੰਦ ਸਿੰਘਾ ਲਾਹੌਰ ਦਰਬਾਰ ਦੇ ਅੰਦਰ ਏਜੰਟ ਆਪਣੇ ਦੇ ਉੱਤੇ ਬਹਾ ਵੇਖੋ। ਸੋ ਸਾਰਾ ਇਹ ਫੈਸਲਾ ਇਸ ਤਰ੍ਹਾਂ ਕਰਕੇ ਅਤੇ ਜਿਤਨੀ ਵੀ ਅੰਗਰੇਜ਼ ਫੌਜ ਲਾਹੌਰ 'ਚ ਰਹੇਗੀ, ਇੱਕ ਇਹ ਫੈਸਲਾ ਹੋ ਗਿਆ ਕਿ ਉਸਦੇ ਰਹਿਣ ਸਹਿਣ ਅਤੇ ਬਾਕੀ ਖਰਚੇ ਲਾਹੌਰ ਸਰਕਾਰ ਹੀ ਦੇਵੇਗੀ। ਮੈਨੂੰ ਇੱਥੇ ਜਦੋਂ ਮੈਂ ਪੜ੍ਹ ਰਿਹਾ ਸਾਂ ਅਤੇ ਮੈਨੂੰ 1984 ਯਾਦ ਆ ਗਈ। 1984 ਤੋਂ ਪਹਿਲਾਂ ਸਾਡਾ ਪੰਜਾਬ ਜਿਹੜਾ ਵਾ ਉਹ ਸਰਪਲਸ ਸੀ, ਉਸ ਕੋਲ ਪੈਸੇ ਵੱਧ ਹੁੰਦੇ ਸੀ ਬਜਟ 'ਚ। ਅੱਜ ਉਹ ਲਗਭਗ 3 ਲੱਖ ਕਰੋੜ ਤੋਂ ਲਗਭਗ 3 ਲੱਖ ਕਰੋੜ ਦੇ ਲਾਗੇ ਛਾਗੇ ਕਰਜ਼ਾਈ ਹੈ। ਪਰ ਇਹ ਕਿ ਜਦੋਂ ਇੰਦਰਾ ਸਰਕਾਰ ਨੇ ਜਾਂ ਕਾਂਗਰਸ ਸਰਕਾਰ ਨੇ BJP ਅਡਵਾਨੀ ਹੋਣਾ ਦੀ ਮਦਦ ਦੇ ਨਾਲ, ਇੱਕ ਗੱਲ ਮੈਂ ਜ਼ਰੂਰ ਨਾਲ ਐਡ ਕਰੂੰਗਾ ਕਿ ਇਸ ਨੂੰ ਆਪਾਂ ਭੁਲਾਈਏ ਨਾ, ਕਿ ਉਹਨਾਂ ਨੇ ਨਾਲ ਪੂਰਾ ਜ਼ੋਰ ਦਿੱਤਾ ਸੀ ਕਿ ਜ਼ਰੂਰ ਕਰੋ। ਸੋ ਉਹਨਾਂ ਨੇ 1984 'ਚ ਹਰਿਮੰਦਰ ਸਾਹਿਬ ਅਤੇ ਹੋਰ ਸਾਰੇ ਪੰਜਾਬ 'ਤੇ ਗੁਰਦੁਆਰਿਆਂ 'ਤੇ ਹਮਲੇ ਕੀਤੇ। ਉਸ ਤੋਂ ਬਾਅਦ ਕਈ ਸਾਲ ਜਿਹੜੀ ਹੈ ਨੌਜਵਾਨਾਂ ਦੀ ਜਿਹੜੀ ਆ ਉਹ ਮੌਤ ਦੀ ਖੇਡ ਚੱਲਦੀ ਰਹੀ। ਪੁਲਿਸ ਨੇ ਆਪਣੇ ਘਰ ਭਰੇ, ਸਰਕਾਰਾਂ ਨੇ ਆਪਣੀਆਂ ਮਤਲਬ ਕੱਢੇ, ਪੋਲੀਟੀਸ਼ਨਾਂ ਨੇ। ਸੋ ਇਹ ਸਭ ਕੁਝ ਦਾ ਜਿੰਨਾ ਖਰਚਾ ਸੀ ਉਹ ਫਿਰ ਪੰਜਾਬ ਦੇ ਸਿਰ 'ਤੇ ਪੈ ਗਿਆ। ਅਤੇ ਉਸ ਤੋਂ ਬਾਅਦ ਸਾਨੂੰ ਲੀਡਰਸ਼ਿਪ ਜਿਹੜੀ ਉਹ ਐਸੀ ਚੰਦਰੀ ਲੀਡਰਸ਼ਿਪ ਟੱਕਰੀ, ਜਿਨ੍ਹਾਂ ਨੇ ਲੋਕਾਂ ਨੂੰ ਲਾਰੇ ਤੇ ਬੜੇ ਝੂਠੇ ਲਾਏ ਕਿ ਅਸੀਂ ਆਹ ਕਰਾਂਗੇ, ਅਸੀਂ ਉਹ ਕਰਾਂਗੇ ਜੇ ਅਸੀਂ ਜਿੱਤ ਗਏ, ਪਰ ਕੱਖ ਨਹੀਂ ਕੀਤਾ, ਬਲਕਿ ਉਲਟ ਕੀਤਾ। ਉਹ ਤੋਂ ਉਹ ਆਪਾਂ ਸਾਰਿਆਂ ਨੂੰ ਪਤਾ, ਮੈਂ ਉਸ ਪਾਸੇ ਹੁਣ ਜਾਂਦਾ ਨਹੀਂ ਕਿਉਂਕਿ ਸਮਾਂ ਹੈ ਨਹੀਂ ਗਾ। ਅਤੇ ਉਹ ਜਿਹੜੀ ਹੈ ਉਹ ਮੈਨੂੰ ਗੱਲ ਯਾਦ ਆ ਗਈ। ਇਸ ਤਰ੍ਹਾਂ ਹੀ ਉਦੋਂ
ਇਹ ਜਿੰਨੇ ਤੇਜ਼ਸੋਂ, ਲਾਲਸੋਂ, ਗੁਲਾਬਸੋਂ ਸੀ ਤੇ ਜਾਂ ਦੂਸਰੇ ਵੀ ਸੀ, ਉਹਨਾਂ ਕੋਲ ਕੋਈ ਹਿੰਮਤ ਨਹੀਂ ਸੀ। ਸੋ ਅੰਗਰੇਜ਼ਾਂ ਨੇ ਉਹ ਸ਼ਰਤਾਂ ਜਿਹੜੀਆਂ ਆਪਣੀ ਮਨਮਰਜ਼ੀ ਦੇ ਨਾਲ ਲਿਖਵਾ ਲਈਆਂ, ਜਿਨ੍ਹਾਂ 'ਚ ਉਹਨਾਂ ਦਾ ਫਾਇਦਾ ਸੀ। ਸੋ 9 ਮਾਰਚ ਵਾਲੇ ਜਿਹੜੇ ਆ ਅਹਿਦਨਾਮੇ ਨਾਲ ਹੀ ਫਿਰ 2 ਦਿਨ ਬਾਅਦ 11 ਮਾਰਚ ਨੂੰ ਕੁਝ ਹੋਰ ਸ਼ਰਤਾਂ ਜਿਹੜੀਆਂ ਜਿਹਦੇ ਬਾਰੇ ਆਪਾਂ ਅੱਜ ਗੱਲ ਕਰਨੀ ਆ, ਉਹ ਜੋੜ ਦਿੱਤੀਆਂ ਗਈਆਂ। ਇਸ ਵਿੱਚ ਇਹ ਕਿਹਾ ਗਿਆ ਕਿ ਕਿਉਂਕਿ ਲਾਹੌਰ ਦਰਬਾਰ ਨੇ ਗਵਰਨਰ ਜਨਰਲ ਕੋਲ ਕੁਝ ਅੰਗਰੇਜ਼ੀ ਫੌਜ ਨੂੰ ਲਾਹੌਰ ਵਿੱਚ ਰੱਖਣ ਦੀ ਬੇਨਤੀ ਕੀਤੀ ਹੈ, ਇਸ ਲਈ ਗਵਰਨਰ ਜਨਰਲ ਨੇ ਇਹ ਬੇਨਤੀ ਉਸ ਸਮੇਂ ਤੱਕ ਮੰਨ ਲਈ ਹੈ ਜਿਤਨੀ ਦੇਰ ਤੱਕ ਲਾਹੌਰ ਸਰਕਾਰ ਪਹਿਲੇ ਅਹਿਦਨਾਮੇ ਮਤਲਬ 9 ਮਾਰਚ ਵਾਲਾ ਜਿਹੜਾ ਹੈ ਉਸ ਦੀ ਤੀਸਰੀ ਤੇ ਚੌਥੀ ਮੱਧ ਪੂਰੀ ਨਹੀਂ ਕਰ ਲੈਂਦਾ। ਉਹਦੇ 'ਚ ਫੌਜ ਨੂੰ ਜਿਹੜਾ ਪਹਿਲੀ ਨੂੰ ਛੱਡਣਾ ਸੀ ਤੇ ਦੂਸਰੀ ਫੌਜ ਭਰਤੀ ਕਰਨੀ ਸੀ। ਇਹੋ ਜਿਹੀਆਂ ਉਹ ਆਪਾਂ ਪਿਛਲੇ ਹਫ਼ਤੇ ਕੀਤੀਆਂ ਸਾਰੀਆਂ। ਜਿਵੇਂ ਅੰਗਰੇਜ਼ੀ ਸਰਕਾਰ 1846 ਦੇ ਅਖੀਰ ਤੱਕ ਜਦੋਂ ਤੱਕ 6ਵੀਂ ਸ਼ਰਤ ਮੁਤਾਬਕ ਨਵੀਂ ਫੌਜ ਭਰਤੀ ਨਹੀਂ ਕਰ ਲਈ ਜਾਂਦੀ ਤੇ ਜਦੋਂ ਤੱਕ ਗਵਰਨਰ ਜਨਰਲ ਮਹਾਰਾਜੇ ਦੀ ਅਤੇ ਲਾਹੌਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਨਹੀਂ ਬਣਾ ਲੈਂਦਾ, ਲੋੜ ਮੁਤਾਬਕ ਅੰਗਰੇਜ਼ੀ ਫੌਜ ਲਾਹੌਰ ਵਿੱਚ ਹੀ ਰਹੇਗੀ। ਹਾਂ, ਸਾਲ ਮੁੱਕਣ ਤੋਂ ਪਹਿਲਾਂ ਫੌਜ ਇੱਥੋਂ ਹਟਾ ਲਈ ਜਾਵੇਗੀ, ਮਤਲਬ ਸਾਲ ਦੇ ਵਿੱਚ ਇਹ ਸਭ ਕੁਝ ਹੋਣਾ ਚਾਹੀਦਾ ਹੈ। ਨੰਬਰ 2 ਸੀ ਕਿ ਲਾਹੌਰ ਸਰਕਾਰ ਇਸ ਗੱਲ ਨਾਲ ਸਹਿਮਤ ਆ ਕਿ ਅੰਗਰੇਜ਼ੀ ਫੌਜ ਨੂੰ ਜੋ ਉੱਪਰ ਦੱਸੇ ਕੰਮ ਖਾਤਰ ਕੁਝ ਸਮਾਂ ਇੱਥੇ ਰਹੇਗੀ, ਉਸ ਨੂੰ ਲਾਹੌਰ ਸ਼ਹਿਰ ਤੇ ਉੱਥੋਂ ਦੇ ਜਿਹੜੇ ਕਿਲ੍ਹੇ ਆ ਉਹਨਾਂ ਦਾ ਕਬਜ਼ਾ ਦਿੱਤਾ ਜਾਵੇਗਾ। ਮਤਲਬ ਲਾਹੌਰ ਸਾਰਾ ਸ਼ਹਿਰ ਤੇ ਉੱਥੋਂ ਦੇ ਕਿਲ੍ਹੇ ਜਿਹੜੇ ਆ ਉਹ ਅੰਗਰੇਜ਼ੀ ਫੌਜ ਦੇ ਅਧੀਨ ਹੋਣਗੇ ਤੇ ਲਾਹੌਰ ਦੀ ਜਿਹੜੀ ਫੌਜ ਆ ਉਹ ਸ਼ਹਿਰ ਤੋਂ ਬਾਹਰ ਜਾ ਕੇ ਰਹੇਗੀ। ਲਾਹੌਰ ਸਰਕਾਰ ਅੰਗਰੇਜ਼ੀ ਫੌਜ ਦੇ ਸਿਪਾਹੀਆਂ ਤੇ ਅਫਸਰਾਂ ਦੀ ਰਹਿਣ ਵਾਸਤੇ ਮਕਾਨ ਦੇਵੇਗੀ ਤੇ ਉਹ ਸਾਰਾ ਵਾਧੂ ਖਰਚਾ ਜੋ ਅੰਗਰੇਜ਼ੀ ਫੌਜ ਨੂੰ ਛਾਉਣੀਆਂ ਤੋਂ ਬਾਹਰ ਬਗਾਨੇ ਇਲਾਕੇ ਵਿੱਚ ਰਹਿਣ ਕਰਕੇ ਝੱਲਣਾ ਪੈਂਦਾ ਹੈ, ਉਹ ਵੀ ਅੰਗਰੇਜ਼ਾਂ ਨੂੰ ਦੇਵੇਗੀ। ਮਤਲਬ ਖਰਚਾ ਸਾਰਾ ਜਿਹੜਾ ਵਾ ਉਹ ਲਾਹੌਰ ਸਰਕਾਰ ਤੇ ਪੈ ਗਿਆ। ਲਾਹੌਰ ਸਰਕਾਰ ਛੇਤੀ ਤੋਂ ਛੇਤੀ ਆਪਣੀ ਨਵੀਂ ਫੌਜ ਅਹਿਦਨਾਮੇ ਵਿੱਚ ਲਿਖੀਆਂ ਸ਼ਰਤਾਂ ਅਨੁਸਾਰ ਜਥੇਬੰਦ ਕਰਨੀ ਸ਼ੁਰੂ ਕਰ ਦੇਵੇਗੀ ਤੇ ਲਾਹੌਰ ਰਹਿਣ ਵਾਲੇ ਅੰਗਰੇਜ਼ੀ ਅਫਸਰਾਂ ਦੀ ਸਲਾਹ ਨਾਲ ਹੀ ਭਰਤੀ ਕੀਤੀ ਜਾਵੇਗੀ। ਇਹ ਵੀ ਨਾਲ ਹਰ ਕੰਮ 'ਚ ਉਹਨਾਂ ਆਪਣੀ ਲੱਤ ਅੜਾਈ ਜ਼ਰੂਰ। ਜੇ ਲਾਹੌਰ ਸਰਕਾਰ ਨਵੀਂ ਭਰਤੀ ਕਰਨ ਵਿੱਚ ਅਸਫਲ ਰਹਿੰਦੀ ਹੈ ਜਾਂ ਦੇਰ ਕਰਦੀ ਹੈ ਤਾਂ ਅੰਗਰੇਜ਼ੀ ਸਰਕਾਰ ਨੂੰ ਹੱਕ ਹੋਵੇਗਾ ਕਿ ਉਹ ਆਪਣੀ ਫੌਜ ਨੂੰ ਇਹ ਸਾਲ ਮੁੱਕਣ ਤੋਂ ਪਹਿਲਾਂ ਵਾਪਸ ਬੁਲਾ ਲਵੇ। 5ਵੀਂ ਜਿਹੜੀ ਸ਼ਰਤ ਉਹਨਾਂ ਨਾਲ ਐਡ ਕੀਤੀ ਉਹ ਸੀ ਵੀ ਅੰਗਰੇਜ਼ੀ ਸਰਕਾਰ ਉਹਨਾਂ ਸਾਰੇ ਜ਼ਗੀਰਦਾਰਾਂ ਦੇ ਹੱਕ ਦਾ ਸਤਿਕਾਰ ਕਰੇਗੀ ਜੋ ਲਾਹੌਰ ਦੀ ਪਹਿਲੀ ਸੰਧੀ ਦੀ ਮੱਦ 3 ਤੇ 4 ਮੁਤਾਬਕ ਆਪਣੇ ਇਲਾਕਿਆਂ ਦੇ ਮਾਲਕ ਹਨ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਬਹੁਤ ਸਾਰੇ ਜ਼ਗੀਰਦਾਰ ਇਹੋ ਜਿਹੇ ਸੀ ਜਿਨ੍ਹਾਂ ਨੂੰ ਮਹਾਰਾਜੇ ਨੇ ਕੋਈ ਇੰਡੀਪੈਂਡੈਂਸ ਦਿੱਤੀ ਹੋਈ ਸੀ ਤੇ ਉਹਨਾਂ ਨੂੰ ਅਲਾਓ ਸੀ ਕਿ ਉਹ 50, 100, 500 ਤੱਕ ਬੰਦੇ ਜਿਹੜੇ ਆਪਣੇ ਭਰਤੀ ਕਰਕੇ ਰੱਖ ਸਕਦੇ ਸੀ ਤੇ ਉਹਨਾਂ ਕੋਲੋਂ ਮਹਾਰਾਜਾ ਕੋਈ ਨਾ ਕੋਈ ਜਿਹੜਾ ਵਾ ਉਹ ਟੈਕਸ ਕੋਈ ਪੈਸੇ ਜਿਹੜੇ ਵਾਪਸ ਲੈਂਦਾ ਸੀ। ਜਿਨ੍ਹਾਂ ਦਾ ਸੰਬੰਧ ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਖੜਕ ਸਿੰਘ ਤੇ ਮਹਾਰਾਜਾ ਸ਼ੇਰ ਸਿੰਘ ਨਾਲ ਹੈ। ਅੰਗਰੇਜ਼ੀ ਸਰਕਾਰ ਉਹਨਾਂ ਜ਼ਗੀਰਦਾਰਾਂ ਨੂੰ ਤਾਉਮਰ ਉਹਨਾਂ ਦੀਆਂ ਜ਼ਗੀਰਾਂ ਉੱਪਰ ਬਹਾਲ ਰੱਖੇਗੀ। 6ਵੀਂ ਪਹਿਲੇ ਅਹਿਦਨਾਮੇ ਦੀ ਸ਼ਰਤ ਨੰਬਰ 3 ਤੇ 4 ਅਨੁਸਾਰ ਉਹਨਾਂ ਇਲਾਕਿਆਂ ਦੇ ਮੈਨੇਜਰਾਂ ਤੇ ਕਾਰਦਾਰਾਂ ਪਾਸੋਂ ਮਾਮਲਾ ਅਗਰਾਉਣ ਵਿੱਚ ਅੰਗਰੇਜ਼ ਸਰਕਾਰ ਲਾਹੌਰ ਸਰਕਾਰ ਦੀ ਮਦਦ ਕਰੇਗੀ। ਲਾਹੌਰ ਸਰਕਾਰ ਨੂੰ ਉਹਨਾਂ ਸਾਰਿਆਂ ਕਿਲ੍ਹਿਆਂ ਤੇ ਇਲਾਕਿਆਂ ਵਿੱਚੋਂ ਜਿਨ੍ਹਾਂ ਦਾ ਜ਼ਿਕਰ ਪਹਿਲੀਆਂ ਸ਼ਰਤਾਂ ਵਿੱਚ ਹੈ ਤੋਪਾਂ ਤੋਂ ਬਗੈਰ ਬਾਕੀ ਸਾਰੀ ਜਾਇਦਾਦ ਅਤੇ ਖਜ਼ਾਨਾ ਲੈ ਜਾਣ ਦੀ ਆਗਿਆ ਹੋਵੇਗੀ। ਮਤਲਬ ਉਹਨਾਂ ਸ਼ਰਤਾਂ ਦੇ ਮੁਤਾਬਕ ਪਹਿਲਾਂ ਸਾਰੇ ਜਿਹੜੇ ਇਹਨਾਂ ਦੇ ਉਸ ਇਲਾਕੇ 'ਚ ਕਿਲ੍ਹੇ ਵਗੈਰਾ ਆਉਂਦੇ ਆ ਉੱਥੋਂ ਤੋਪਾਂ ਨਹੀਂ ਸੀ ਲਿਜਾ ਸਕਦੇ, ਬਾਕੀ ਸਭ ਕੁਝ ਉੱਥੋਂ ਲਿਜਾ ਸਕਦੇ ਸੀ ਤੇ ਅੰਗਰੇਜ਼ੀ ਸਰਕਾਰ ਉਸ ਵਿੱਚੋਂ ਜੇ ਕੋਈ ਚੀਜ਼ ਰੱਖਣੀ ਚਾਹਵੇ ਤੇ ਉਸ ਦੀ ਪੂਰੀ ਕੀਮਤ ਦੇ ਕੇ ਉਸ ਨੂੰ ਰੱਖ ਲਵੇਗੀ। ਸੋ ਇਹ ਜਿਹੜੀ ਸੀ ਇਹ 7ਵੀਂ ਸੀ
ਤੇ 8ਵੀਂ ਜਿਹੜੀ ਸੀ ਸ਼ਰਤ ਉਹ ਇਹਨਾਂ ਨੇ ਫਿਰ ਕੀਤੀ ਵੀ ਦੋਵੇਂ ਸਰਕਾਰਾਂ ਆਪਣੇ ਕਮਿਸ਼ਨ ਬਣਾਉਣਗੀਆਂ, ਮਤਲਬ ਦੋਵਾਂ ਪਾਸਿਆਂ ਤੋਂ ਕੋਈ ਬੰਦੇ ਜਿਹੜੇ ਹੋਣਗੇ ਰਲ ਕੇ, ਤੇ ਉਹ ਦੋਵਾਂ ਪਾਸਿਆਂ ਦੀਆਂ ਸਰਕਾਰਾਂ ਦੀਆਂ ਹੱਦਾਂ ਜਿਹੜੀਆਂ ਵਾ 9 ਮਾਰਚ 1846 ਦੀ ਸੰਧੀ ਅਨੁਸਾਰ ਪੱਕੀਆਂ ਕਰਨਗੀਆਂ। ਜਿਵੇਂ ਪੰਜਾਬ ਤੇ ਹਰਿਆਣਾ, ਹਿਮਾਚਲ ਜਦੋਂ ਪੰਜਾਬੀ ਸੂਬਾ ਬਣਿਆ ਤੇ ਇਹਨਾਂ ਨੇ ਕਮਿਸ਼ਨ ਬਣਾ ਕੇ ਸਭ ਕੁਝ ਕੀਤਾ ਸੀ ਉਸ ਤਰ੍ਹਾਂ। ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਵੇਲੇ ਸਿੱਖ ਰਾਜ ਦੇ ਖਜ਼ਾਨੇ ਵਿੱਚ 12 ਕਰੋੜ ਰੁਪਈਆ ਸੀ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਉਸ ਵਕਤ 12 ਕਰੋੜ ਰੁਪਈਆ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਜਦੋਂ ਹੋਈ ਉਦੋਂ 12 ਕਰੋੜ ਰੁਪਈਆ ਉਹਦੇ ਖਜ਼ਾਨੇ 'ਚ ਸੀ। ਅੱਜ ਉਹ ਕਿੰਨਾ ਹੋਊਗਾ। ਪਰ ਅੰਗਰੇਜ਼ਾਂ ਨਾਲ ਸੰਧੀ ਵੇਲੇ ਜਦੋਂ ਹੁਣ ਇਹਨਾਂ ਦੀਆਂ ਸੰਧੀਆਂ ਹੋ ਰਹੀਆਂ, ਉਦੋਂ ਇਹਨਾਂ ਕੋਲ 1.5 ਕਰੋੜ ਰੁਪਈਆ ਵੀ ਪੂਰਾ ਨਹੀਂ ਸੀ ਹੋਇਆ। 1 ਕਰੋੜ ਦੇ ਬਦਲੇ ਤਾਂ ਜੰਮੂ ਕਸ਼ਮੀਰ ਦਾ ਪਹਾੜੀ ਇਲਾਕਾ ਅੰਗਰੇਜ਼ਾਂ ਨੂੰ ਵੇਚਿਆ ਗਿਆ। ਸ਼ਰਤ ਮੁਤਾਬਕ ਸੰਧੀ ਪੂਰੀ ਹੋਣ ਤੱਕ 50 ਲੱਖ ਅੰਗਰੇਜ਼ਾਂ ਨੂੰ ਦੇਣਾ ਸੀ, ਉਹ ਵੀ ਇਹਨਾਂ ਪਾਸ ਨਹੀਂ ਸੀ। ਸੋ ਉਹ ਪੂਰਾ ਕਰਨ ਲਈ ਇਹਨਾਂ ਕੁਝ ਖਜ਼ਾਨੇ ਵਿੱਚੋਂ ਤੇ ਬਾਕੀ ਦਾ ਥੋੜ੍ਹਾ ਕਈਆਂ ਸਰਦਾਰਾਂ ਪਾਸੋਂ ਫੜਿਆ ਤੇ ਜ਼ਿਆਦਾ ਹਿੱਸਾ ਇਹਦੇ 'ਚ ਚਤਰ ਸਿੰਘ ਅਟਾਰੀ ਵਾਲੇ ਨੇ ਪਾਇਆ ਤੇ ਉਹ 50 ਲੱਖ ਪੂਰਾ ਕਰਕੇ ਅੰਗਰੇਜ਼ਾਂ ਨੂੰ ਦਿੱਤਾ। ਇਸ ਤਰ੍ਹਾਂ ਇਹ 1.5 ਕਰੋੜ ਜਿਹੜਾ ਪੂਰਾ ਹੋਇਆ। 16 ਮਾਰਚ 1846 ਨੂੰ ਅੰਗਰੇਜ਼ਾਂ ਨੇ ਅੰਮ੍ਰਿਤਸਰ ਵਿੱਚ ਗੁਲਾਬ ਸਿੰਘ ਨਾਲ ਸੰਧੀ ਪੱਕੀ ਕਰ ਲਈ। ਅੰਗਰੇਜ਼ਾਂ ਨੇ ਸੁਚੇਤ ਸਿੰਘ ਦਾ 18 ਲੱਖ ਜੋ ਜ਼ਬਤ ਕੀਤਾ ਸੀ, ਜਿਨ੍ਹਾਂ ਨੇ ਪੁਰਾਣਾ ਸਾਰਾ ਇਤਿਹਾਸ ਪੜ੍ਹਿਆ ਹੋਊਗਾ, ਉਹ ਆਪਾਂ ਇਹਦਾ ਜ਼ਿਕਰ ਉਹਦੇ 'ਚ ਆਉਂਦਾ ਵਾ ਕਿ ਅੰਗਰੇਜ਼ਾਂ ਨੇ ਸੁਚੇਤ ਸਿੰਘ ਦਾ 18 ਲੱਖ ਰੁਪਈਆ ਜਿਹੜਾ ਉਹ ਆਪਣੇ ਕਬਜ਼ੇ 'ਚ ਕਰ ਲਿਆ ਸੀ ਤੇ ਉਹ ਦੇ ਨਹੀਂ ਸੀ ਰਹੇ। ਇਸ ਕਰਕੇ ਵੀ ਸਿੱਖ ਫੌਜਾਂ ਨੂੰ ਜਿਹੜਾ ਭੜਕਾਇਆ ਗਿਆ ਸੀ ਡੋਗਰਿਆਂ ਵੱਲੋਂ ਕਿ ਉਹਨਾਂ ਨੇ ਸਾਡਾ ਪੈਸਾ ਨਹੀਂ ਸੁਚੇਤ ਸਿੰਘ ਦਾ ਦਿੱਤਾ, ਸਾਡੇ ਨਾਲ ਉਹਨਾਂ ਨੇ ਜ਼ਬਰਦਸਤੀ ਕੀਤੀ ਹੈ। ਸੋ ਉਹ ਜਿਹੜਾ ਪੈਸਾ ਹੈ ਉਹ ਕੱਟ ਕੇ ਤੇ ਬਾਕੀ ਦਾ ਸਾਰਾ ਦਰਿਆ ਰਾਵੀ ਤੇ ਅਟਕ ਵਿਚਲਾ ਪਹਾੜੀ ਇਲਾਕਾ ਜੋ ਜੰਮੂ ਕਸ਼ਮੀਰ ਵਿੱਚ ਆਉਂਦਾ ਸੀ, ਉਹ 75 ਲੱਖ ਵਿੱਚ ਗੁਲਾਬ ਸਿੰਘ ਨੂੰ ਦੇ ਦਿੱਤਾ ਤੇ ਉਸ ਨੂੰ ਉੱਥੋਂ ਦਾ ਸੁਤੰਤਰ ਰਾਜਾ ਮੰਨ ਲਿਆ। ਹੁਣ ਇਹਦੇ 'ਚ ਮਤਲਬ ਇਹ ਹੋ ਗਿਆ 93 ਲੱਖ 'ਚ ਲਗਭਗ 1 ਕਰੋੜ ਤੋਂ ਘੱਟ ਉਹਨੇ ਸਭ ਕੁਝ ਕੀਤਾ। ਸੋ ਉਹਦੇ 'ਚ ਇਸ ਤਰ੍ਹਾਂ ਹੋਇਆ ਕਿ ਇਹਨਾਂ ਨੇ ਉਹ ਪੈਸਾ ਜਿਹੜਾ ਸੀ ਸੁਚੇਤ ਸਿੰਘ ਵਾਲਾ ਉਹ 'ਤੇ ਕੱਢ ਲਿਆ ਕਿ ਬਈ ਉਹ ਨਾ ਦੇ ਤੂੰ ਸਾਨੂੰ 75 ਲੱਖ ਦੇ 75 ਲੱਖ ਲੈ ਕੇ ਤੇ ਉਹ ਜੰਮੂ ਤੇ ਕਸ਼ਮੀਰ ਦਾ ਜਿਹੜਾ ਸਾਰਾ ਇਲਾਕਾ ਸੀ ਉਹ ਗੁਲਾਬ ਸਿੰਘ ਨੂੰ ਦੇ ਦਿੱਤਾ ਤੇ ਉਹਨੂੰ ਉੱਥੋਂ ਦਾ ਇੰਡੀਪੈਂਡੈਂਟ ਮਹਾਰਾਜਾ ਮੰਨ ਲਿਆ। ਇਸ ਤਰ੍ਹਾਂ ਹਰ ਪ੍ਰਕਾਰ ਦਾ ਪੂਰਾ ਪ੍ਰਬੰਧ ਕਰਕੇ ਕੁਝ ਲੋੜੀਂਦੀ ਜਿਹੜੀ ਅੰਗਰੇਜ਼ੀ ਫੌਜ ਸੀ ਉਹ ਸਰ ਲਿਟਰਲ ਦੀ ਕਮਾਂਡ ਹੇਠ ਜਿਹੜੀ ਲਾਹੌਰ ਛੱਡ ਦਿੱਤੀ ਤੇ 23 ਮਾਰਚ ਨੂੰ ਗੱਫ ਤੇ ਹਾਰਡਿੰਗ ਬਾਕੀ ਸਾਰੀ ਫੌਜ ਲੈ ਕੇ ਤੇ ਲਾਹੌਰੋਂ ਤੁਰੇ ਤੇ 26 ਮਾਰਚ ਨੂੰ ਉਹ ਸਤਲੁਜ ਤੋਂ ਪਾਰ ਹੋ ਗਏ। ਇਸ ਬਾਰੇ ਹਰਚੰਦ ਸਿੰਘ ਨੇ ਆਪਣੇ ਕਾਵਿ ਸੰਗ੍ਰਹਿ ਵਿੱਚ ਇਸ ਤਰ੍ਹਾਂ ਲਿਖਿਆ ਹੈ। ਸੁਲ੍ਹਾ ਪਿੱਛੋਂ ਪੁਰਾਣੇ ਫੌਜੀਆਂ ਨੂੰ ਲਾਹੌਰ ਸ਼ਹਿਰ ਦੇ ਵਿੱਚ ਬੁਲਾ ਕੇ ਜੀ ਤਨਖਾਹ ਦੇ ਕੇ ਘਰਾਂ ਨੂੰ ਤੋਰ ਦਿੱਤੇ, ਹਥਿਆਰ ਰੱਖ ਲਏ ਸਭ ਲੁਹਾ ਕੇ ਜੀ, ਧਰਮੀ ਸਿੰਘਾਂ ਦੀ ਛੁੱਟੀ ਕਰ ਦਿੱਤੀ ਤੇ ਮੁਸਲਮਾਨ ਡੋਗਰੇ ਰੱਖੇ ਲਿਆ ਕੇ ਜੀ, ਹਰਚੰਦ ਸਿੰਘਾ ਇੰਜ ਫਰੰਗੀਆਂ ਨੇ ਸਭ ਕੁਝ ਰੱਖ ਦਿੱਤਾ ਉਲਟਾ ਕੇ ਜੀ। ਤੇਜ ਸਿੰਘ ਸੀ ਬਣਿਆ ਸੈਨਾਪਤੀ, ਲਾਲ ਸਿੰਘ ਵਜ਼ੀਰ ਬਣਾਇਆ ਹੀ, ਰਾਜ ਭਾਗ ਕੌਂਸਲ ਦੇ ਹੱਥ ਦਿੱਤਾ ਤੇ ਲਾਰੈਂਸ ਬਣਾ ਕੇ ਮੁਖੀ ਬਹਾਇਆ ਹੀ, ਮੇਜਰ ਲਾਰੈਂਸ ਸੀ ਅੰਗਰੇਜ਼ਾਂ ਦਾ। ਜੰਮੂ ਕਸ਼ਮੀਰ ਦਾ ਗੁਲਾਬ ਸਿੰਘ ਮਹਾਰਾਜਾ ਇਨਾਮ ਉਸਨੇ ਆਪਣਾ ਪਾਇਆ ਹੀ ਤੇ ਹਰਚੰਦ ਸਿੰਘਾ ਜਿੰਦਾਂ ਦਲੀਪ ਦੇ ਖਰਚ ਲਈ 1 ਲੱਖ ਮਹੀਨੇ ਦਾ ਲਾਇਆ ਹੀ। ਉਹਨਾਂ ਨੂੰ 1 ਲੱਖ ਮਹੀਨੇ ਦਾ ਦੇਣਾ ਇਹਨਾਂ ਸ਼ੁਰੂ ਕੀਤਾ। ਇੱਕ ਕਿਸਮ ਦੀ ਜਿਵੇਂ ਕਾਰਪੋਰੇਸ਼ਨ ਬਣਾ ਲਈਦੀ ਹੈ ਨਾ, ਆਪਾਂ LLC ਬਣਾ ਲੈਂਦੇ ਹਾਂ ਬਿਜ਼ਨਸ 'ਚ, ਅਤੇ ਉਹਦੇ 'ਚ ਸਾਰੇ ਜਿੰਨੇ ਭਾਵੇਂ ਉਹ ਹੋਵੇ ਤੁਹਾਡੇ ਆਪਣੇ, ਪਰ ਉਹਦੇ ਸਾਰਿਆਂ ਨੂੰ ਕੋਈ ਨਾ ਕੋਈ ਪੈਸੇ ਮਿਲਦੇ ਆ। ਉਸ ਤਰ੍ਹਾਂ ਦੀ ਇੱਕ ਕਿਸਮ ਦੀ ਇਹਨਾਂ ਨੇ ਬਣਾਤੀ। ਪੰਜਾਬ ਨੇ ਇੱਕ ਕਿਸਮ ਦੀ ਕਾਰਪੋਰੇਸ਼ਨ ਆਪਣੀ ਬਣਾ ਲਈ ਉਹਨਾਂ ਨੇ, ਜਿਹਦੇ ਵਿੱਚ ਇਹਨਾਂ ਨੂੰ ਵੀ ਜਿਹੜਾ ਉਹ ਹਿੱਸੇਦਾਰ ਰੱਖ ਲਿਆ ਤੇ ਇਹਨਾਂ ਨੂੰ 1 ਲੱਖ ਮਹੀਨੇ ਦਾ ਖਰਚਾ ਦੇਣਾ ਸ਼ੁਰੂ ਕਰ ਦਿੱਤਾ। ਬਾਕੀ ਸਵਾਲ ਇਹ ਉੱਠਿਆ ਸੀ ਕਿ ਅੰਗਰੇਜ਼ਾਂ ਨੇ ਪੰਜਾਬ ਨੂੰ ਉਸ ਵਕਤ ਪੂਰਾ ਆਪਣੇ ਕਬਜ਼ੇ 'ਚ ਕਿਉਂ ਨਾ ਕਰ ਲਿਆ, ਇਸ ਤਰ੍ਹਾਂ ਇਹ ਕਾਰਪੋਰੇਸ਼ਨ ਵਗੈਰਾ ਜਾਂ ਸ਼ਰਤਾਂ ਨਾਲ ਹੀ ਕਿਉਂ ਨਿਬੇੜਿਆ ਕੰਮ। ਇਸ ਬਾਰੇ ਇਤਿਹਾਸਕਾਰਾਂ ਨੇ ਆਪੋ ਆਪਣੇ ਵਿਚਾਰ ਜਿਹੜੇ ਉਹ ਦਿੱਤੇ ਆ। ਕਈ ਅੰਗਰੇਜ਼ ਤਾਂ ਲਾਰਡ ਹਾਰਡਿੰਗ ਦੇ ਨਾਲ ਇਸ ਗੱਲੋਂ ਗੁੱਸੇ ਵੀ ਸੀ ਕਿ ਉਸ ਨੇ ਇਹ ਪੰਜਾਬ ਨੂੰ ਆਪਣੇ ਕਬਜ਼ੇ 'ਚ ਪੂਰਾ ਕਿਉਂ ਨਹੀਂ ਕੀਤਾ।
ਪਰ ਉਸ ਦੇ ਵਾਸਤੇ ਫਿਰ ਜਿਹੜੇ ਦੂਸਰੇ ਖਿਆਲ ਜਿਹੜੇ ਲਾਰਡ ਹਾਰਡਿੰਗ ਦੇ ਹੱਕ 'ਚ ਆਉਂਦੇ ਸੀ ਜਾਂ ਉੱਥੋਂ ਦੀ ਹਾਲਾਤ ਮੁਤਾਬਕ ਸੀ, ਉਹ ਇਹ ਸਾਰੇ ਪੰਜਾਬ 'ਤੇ ਕਬਜ਼ਾ ਕਰਨਾ, ਖਾਲਸਾ ਫੌਜ ਨੂੰ ਦਬਾ ਕੇ ਰੱਖਣਾ ਅਤੇ ਹਰ ਪਾਸੇ ਅਮਨ ਅਮਾਨ ਰੱਖਣਾ ਕੋਈ ਸੌਖਾ ਕੰਮ ਨਹੀਂ ਸੀ। 20 ਤੋਂ 25 ਹਜ਼ਾਰ ਖਾਲਸਾ ਫੌਜ ਹਾਲੀ ਵੀ ਲਾਹੌਰ ਅਤੇ ਅੰਮ੍ਰਿਤਸਰ ਵਿੱਚ ਮੌਜੂਦ ਸੀ। ਇਸ ਤੋਂ ਇਲਾਵਾ 8,000 ਸਿੱਖ ਫੌਜ ਪਸ਼ਾਵਰ ਵਿੱਚ ਵੀ ਸੀ। ਸੋ ਇੱਕ ਲੰਮੀ ਲੜਾਈ ਲੜਨ ਤੋਂ ਇਲਾਵਾ ਪੰਜਾਬ ਨੂੰ ਪੂਰੀ ਤਰ੍ਹਾਂ ਅਧੀਨ ਕਰਨਾ ਲਗਭਗ ਅਸੰਭਵ ਸੀ ਗੋਰਿਆਂ ਵਾਸਤੇ। ਇੰਨੀ ਲੰਮੀ ਲੜਾਈ ਲੜਨ ਲਈ ਅੰਗਰੇਜ਼ੀ ਗਵਰਨਰ ਜਨਰਲ ਪਾਸ ਕਾਫੀ ਫੌਜ ਅਤੇ ਅਸਲਾ ਵੀ ਨਹੀਂ ਸੀ। ਸੋ ਉਸ ਨੇ ਟੇਢੀ ਉਂਗਲ ਨਾਲ ਘਿਓ ਕੱਢਣ ਦੀ ਸਕੀਮ ਜਿਹੜੀ ਆ ਉਹੀ ਬਣਾਈ, ਜਿਸ ਵਿੱਚ ਉਹ ਕਾਮਯਾਬ ਵੀ ਰਿਹਾ। ਸਰ ਹੈਨਰੀ ਲਾਰੈਂਸ 1847 'ਚ ਲਿਖਦਾ ਕਿ ਲਾਰਡ ਹਾਰਡਿੰਗ ਪਾਸ ਪੰਜਾਬ ਨੂੰ ਪੂਰੀ ਤਰ੍ਹਾਂ ਕਬਜ਼ੇ 'ਚ ਕਰਨ ਲਈ ਕਾਫੀ ਵਸੀਲੇ ਨਹੀਂ ਸਨ। 1848 ਵਿੱਚ ਲਾਰਡ ਹਾਰਡਿੰਗ ਆਪ ਵੀ ਦਲੀਲ ਦਿੰਦਾ ਕਿ ਪੰਜਾਬ ਉੱਪਰ ਕਬਜ਼ਾ ਕਰਨ ਦਾ ਮਤਲਬ ਸੀ ਪੰਜਾਬ ਦੀ ਫੌਜੀ ਤਾਕਤ ਨੂੰ ਖਿਲਾਰਨਾ, ਮਤਲਬ ਉਹਨਾਂ ਨੂੰ ਖਤਮ ਕਰਨਾ, ਖਿਲਾਰ ਦੇਣਾ, ਡਿਸਪਰਸ ਕਰ ਦੇਣਾ। ਪਰ ਉਸ ਵਕਤ ਲਾਹੌਰ ਵਿੱਚ ਸਰ ਹਿਊਜ਼ ਗੱਫ ਦੀ ਸਾਰੀ ਫੌਜ 20,000 ਤੋਂ ਘੱਟ ਸੀ ਅਤੇ ਗੋਰੇ ਉਸ ਵਿੱਚ 3,500 ਸਨ। ਉਸ ਪਾਸ ਸਿਰਫ 30 ਤੋਪਾਂ ਸਨ, ਜਦੋਂ ਕਿ ਸਿੱਖ ਫੌਜ ਦਾ ਘੇਰਾ ਘੱਤਣ ਲਈ 70 ਤੋਂ 80 ਤੋਪਾਂ ਦੀ ਲੋੜ ਸੀ ਅਤੇ ਹਰ ਤੋਪ ਦੇ ਪਿੱਛੇ ਇਹਨਾਂ ਨੂੰ 1,000 ਗੋਲਾ ਜਿਹੜਾ ਬਰੂਦ ਦਾ ਉਹ ਵੀ ਚਾਹੀਦਾ ਸੀ। ਪਰ ਇਹਨਾਂ ਪਾਸ 30 ਕੁ ਤੋਪਾਂ ਸਨ ਅਤੇ ਉਹਨਾਂ ਦੇ ਪਿੱਛੇ 300 ਜਿਹੜਾ ਹੈ ਉਹ ਗੋਲਾ ਇਹਨਾਂ ਦੇ ਪਾਸ ਸੀ। ਸੋ ਅੰਗਰੇਜ਼ਾਂ ਪਾਸ ਦੂਜਾ ਤਰੀਕਾ ਸੀ ਜੋ ਉਹਨਾਂ ਨੇ ਦੂਸਰੇ ਸੂਬਿਆਂ ਵਿੱਚ ਵਰਤਾਇਆ ਸੀ, ਉਹ ਸੀ ਪੰਜਾਬ ਨੂੰ ਪੈਸੇ ਇਕੱਠੇ ਕਰਨ ਵਾਲਾ ਇੱਕ ਰਜਵਾੜਾ ਬਣਾ ਦਿੱਤਾ ਜਾਵੇ। ਉਹ ਵੀ ਇਹਨਾਂ ਨੇ ਨਹੀਂ ਕੀਤਾ। ਸੋ ਤੀਸਰਾ ਤਰੀਕਾ ਜੋ ਇਹਨਾਂ ਨੇ ਅਖਤਿਆਰ ਕੀਤਾ ਉਹ ਸੀ ਕਿ ਪੰਜਾਬ ਵਿੱਚ ਅੰਗਰੇਜ਼ਾਂ ਦੀ ਮਦਦ ਤੇ ਲੋੜ ਅਨੁਸਾਰ ਚੱਲਣ ਵਾਲੀ ਇੱਕ ਕਮਜ਼ੋਰ ਤੇ ਮਿੱਤਰ ਆਜ਼ਾਦ ਸਰਕਾਰ ਬਣਾ ਦਿੱਤੀ ਜਾਵੇ, ਜੋ ਇਹਨਾਂ ਨੇ ਕੀਤਾ। ਸੋ ਇਸ ਕਰਕੇ ਪੰਜਾਬ ਵਿੱਚ ਇਹੋ ਤਰੀਕਾ ਵਰਤਿਆ ਗਿਆ ਅਤੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾਉਣ ਦੀ ਤਜਵੀਜ਼ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਲਾਰਡ ਹਾਰਡਿੰਗ ਨੇ ਬਹੁਤ ਸੋਚ ਸਮਝ ਕੇ ਫੈਸਲਾ ਕੀਤਾ ਸੀ, ਅਗਰ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰਨ ਦਾ ਫੈਸਲਾ ਕਰਦੇ ਤਾਂ ਸਾਰੇ ਪੰਜਾਬ ਵਿੱਚ ਉਹਨਾਂ ਵਿਰੁੱਧ ਇੱਕ ਬਗਾਵਤੀ ਤੂਫਾਨ ਉੱਠ ਖੜਾ ਹੋਣਾ ਸੀ, ਜਿਸ ਨੂੰ ਕਾਬੂ ਕਰਨਾ ਸ਼ਾਇਦ ਉਹਨਾਂ ਦੇ ਵੱਸ ਦੀ ਗੱਲ ਨਹੀਂ ਸੀ, ਵੱਸ ਨਾ ਹੁੰਦਾ। ਪੰਜਾਬ ਦੇਸ਼ ਅੰਦਰ ਅਜੇ ਵੀ ਸਾਰੇ ਕਿਲ੍ਹੇ ਸਿੱਖਾਂ ਦੇ ਕਬਜ਼ੇ ਵਿੱਚ ਹੀ ਸਨ। ਸਿੱਖ ਤਾਂ ਵੈਸੇ ਵੀ ਫੌਜੀ ਸੁਭਾਅ ਅਤੇ ਸ਼ਸਤਰਧਾਰੀ ਸਨ, ਹਰ ਕੋਈ ਸ਼ਸਤਰਧਾਰੀ ਸੀ। ਸੋ ਹਰ ਇੱਕ ਕਿਲ੍ਹੇ ਨੂੰ ਜਿੱਤਣਾ ਅਤੇ ਭੜਕੀ ਬਗਾਵਤ ਨੂੰ ਕਾਬੂ ਕਰਨਾ ਅੰਗਰੇਜ਼ਾਂ ਦੇ ਵੱਸ ਦੀ ਗੱਲ ਨਹੀਂ ਸੀ। 1846 ਦੀ ਇਸ ਸੰਧੀ ਦੇ 3 ਸਾਲ ਬਾਅਦ ਜੇ ਚੇਲਿਆਂਵਾਲੀ ਵਿੱਚ ਸ਼ੇਰ ਸਿੰਘ ਦੀ ਬਗਾਵਤ ਘਮਸਾਨ ਮਚਾ ਸਕਦੀ ਸੀ ਤਾਂ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਜੇ ਇਹੋ ਜਿਹੀ ਬਗਾਵਤ ਸਾਰੇ ਪੰਜਾਬ ਵਿੱਚ ਹੋ ਜਾਂਦੀ ਤਾਂ ਉਹ ਕਿੰਨੀ ਭਿਆਨਕ ਹੁੰਦੀ ਅਤੇ ਅੰਗਰੇਜ਼ਾਂ ਦਾ ਕੀ ਹਾਲ ਹੁੰਦਾ। ਸੋ ਲਾਰਡ ਹਾਰਡਿੰਗ ਇਹ ਵੀ ਜਾਣਦਾ ਸੀ ਕਿ ਪਿਛਲੀਆਂ ਲੜਾਈਆਂ, ਚਾਹੇ ਉਹ ਮੁਦਕੀ, ਫੇਰੂ ਸ਼ਹਿਰ ਜਾਂ ਸਭਰਾਵਾਂ ਦੀ ਸੀ, ਉਹ ਤਾਕਤ ਨਾਲ ਨਹੀਂ ਸੀ ਜਿੱਤੀਆਂ, ਬਲਕਿ ਸਿੱਖਾਂ ਦੇ ਸੈਨਾਪਤੀਆਂ ਦੀ ਗਦਾਰੀ ਕਰਕੇ ਜਿੱਤੇ ਸਨ। ਇੱਥੇ ਇੱਕ ਮਿਸਾਲ ਕਾਂਗੜੇ ਦੇ ਕਿਲ੍ਹੇ ਦੀ ਦੱਸਣੀ ਬਣਦੀ ਹੈ। ਸੁਲ੍ਹਾ ਤੋਂ 1 ਮਹੀਨਾ ਬਾਅਦ ਅਪ੍ਰੈਲ 1846 ਵਿੱਚ ਮੇਜਰ ਲਾਰੈਂਸ ਅਤੇ ਦੀਵਾਨ ਦੀਨਾਨਾਥ ਕਾਂਗੜੇ ਦਾ ਕਿਲ੍ਹਾ ਆਪਣੇ ਅਧੀਨ ਕਰਨ ਲਈ ਫੌਜ ਲੈ ਕੇ ਗਏ। ਇਸ ਕਿਲ੍ਹੇ ਦਾ ਸ਼ਾਹ ਸੁੰਦਰ ਸਿੰਘ ਸੀ। ਉਸ ਨੂੰ ਸੰਧੀ ਦੀ ਸ਼ਰਤ ਮੁਤਾਬਕ ਇਹਨਾਂ ਜਾ ਕੇ ਕਿਹਾ ਕਿ ਤੂੰ ਹੁਣ ਕਿਲ੍ਹਾ ਜਿਹੜਾ ਵਾ ਉਹ ਖਾਲੀ ਕਰ ਦੇ, ਕਿਉਂਕਿ ਅੰਗਰੇਜ਼ਾਂ ਦੇ ਨਾਲ ਸਾਡੀ ਸੰਧੀ ਹੋ ਗਈ ਹੈ। ਪਰ ਉਸ ਨੇ ਨਾ ਕਰ ਦਿੱਤੀ। ਉਸ ਨੇ ਨਾ ਹੀ ਨਹੀਂ ਕੀਤੀ। ਉਹ 3 ਦਿਨ ਉਸ ਨੇ ਇਹਨਾਂ ਦਾ ਮੁਕਾਬਲਾ ਕੀਤਾ। ਬਹੁਤ ਨੁਕਸਾਨ ਹੋਇਆ, ਘਮਸਾਨ ਦੀ ਲੜਾਈ ਹੋਈ ਦੋਵਾਂ ਪਾਸਿਆਂ ਤੋਂ। ਸੋ ਉਸ 3 ਦਿਨਾਂ ਦੇ ਬਾਅਦ ਅਖੀਰ ਇਹਨਾਂ ਨੂੰ ਦੋਵਾਂ ਧਿਰਾਂ ਨੂੰ, ਅੰਗਰੇਜ਼ਾਂ ਨੂੰ ਅਤੇ ਦੀਵਾਨ ਦੀਨਾਨਾਥ ਨੂੰ ਜਿਹੜੀ ਆ ਉਹ ਸਫਲਤਾ ਮਿਲੀ ਅਤੇ ਇਹਨਾਂ ਨੇ ਕਾਂਗੜੇ ਦੇ ਕਿਲ੍ਹੇ 'ਤੇ ਕਬਜ਼ਾ ਕੀਤਾ। ਸੋ ਇਸ ਗੱਲ ਨੂੰ ਵੀ ਉਹ ਭਲੀ ਭਾਲ ਜਾਣਦੇ ਸਨ ਕਿ ਜੇ ਇੱਕ ਕਿਲ੍ਹਾ ਜਿੱਤਣ ਲਈ ਸਾਨੂੰ ਇਸ ਤਰ੍ਹਾਂ ਕਰਨਾ ਪਿਆ ਹੈ, ਉਹ ਵੀ ਸਾਨੂੰ ਨਾਲ ਜਿਹੜੀ ਹੈ ਸਿੱਖ ਸਰਕਾਰ
ਉਹਦੀ ਮਦਦ ਲੈਣੀ ਪਈ ਹੈ ਤਾਂ ਹਰ ਕਿਲਾ ਜਿੱਤਣਾ ਉਹਨਾਂ ਲਈ ਮੁਮਕਿਨ ਨਹੀਂ ਸੀ। ਇਹ ਰੀਜ਼ਨ ਸੀ ਕਿ ਇਹਨਾਂ ਨੇ ਉਸ ਵਕਤ ਸਾਰੇ ਪੰਜਾਬ ਨੂੰ ਆਪਣੇ ਕਬਜ਼ੇ 'ਚ ਨਹੀਂ ਕੀਤਾ, ਬਲਕਿ ਉਹਨੂੰ ਟੇਢੇ ਤਰੀਕੇ ਦੇ ਨਾਲ ਆਪਣੇ ਅਧੀਨ ਜਿਹੜਾ ਹੈ ਉਹ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।